बहुत ही सत्कारयोग टीचर साहिबान ਅਤੇ ਪਿਆਰੇ ਵਿਦਿਆਰਥੀਓ, ਅੱਜ ਅਸੀਂ 4th ਸਮੈਸਟਰ ਸਿਵਲ ਦੇ ਸਟਰਕਚਰ ਮਕੈਨਿਕਸ ਦੇ ਸਬਜੈਕਟ ਦੇ ਨਾਲ ਡੀਲ ਕਰਨ ਲੱਗੇ ਹਾਂ, ਜਿਸ ਦਾ ਟੌਪਿਕ ਹੈ ਬੈਂਡਿੰਗ ਐਂਡ ਸ਼ੀਅਰ ਸਟ੍ਰੈਸਿਸ। ਮੇਰਾ ਨਾਮ ਅਰੁਣ ਕੁਮਾਰ ਗੋਇਲ, ਮੈਂ ਮੁਖੀ ਵਿਭਾਗ ਸਿਵਲ ਸੰਤ ਬਾਬਾ ਅਤਰ ਸਿੰਘ ਗਵਰਨਮੈਂਟ ਪੋਲੀਟੈਕਨਿਕ ਬਡਬਰ ਤੋਂ ਬੋਲ ਰਿਹਾ। ਸਭ ਤੋਂ ਪਹਿਲਾਂ ਅਸੀਂ ਕੰਟੈਂਟਸ ਜਿਹੜੇ ਅੱਜ ਡੀਲ ਕਰਨੇ ਨੇ, ਸਭ ਤੋਂ ਪਹਿਲਾਂ ਹੈ ਬੈਂਡਿੰਗ ਸਟ੍ਰੈਸਿਸ, ਪਿਓਰ ਬੈਂਡਿੰਗ ਐਂਡ ਸਿੰਪਲ ਬੈਂਡਿੰਗ, ਨਿਊਟਰਲ ਐਕਸਿਸ, assumptions in the theory of simple bending, position of neutral axis, moment of resistance, section modulus of various shapes of the beams, strength of sections, distribution of the bending stresses across the beam sections, beams of the heterogeneous and that is the flitched beams, shear stresses at a section, shear stress distribution for the different sections ਬਾਰੇ ਅੱਜ ਅਸੀਂ ਕੁਛ ਡੀਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਡੀਲ ਕਰਾਂਗੇ ਬੈਂਡਿੰਗ ਸਟ੍ਰੈਸਿਸ ਇਨ ਬੀਮਸ ਬਾਰੇ। ਇਹਦੇ ਵਿੱਚ ਥੋੜ੍ਹਾ ਜਿਹਾ ਅਸੀਂ ਐਕਸਪਲੇਨ ਕਰਨ ਲੱਗੇ ਹਾਂ ਕਿ ਬੈਂਡਿੰਗ ਸਟ੍ਰੈਸਿਸ ਦਾ ਮਤਲਬ ਕੀ ਹੈ। ਜਿਸ ਤਰ੍ਹਾਂ ਕਿ ਸਾਨੂੰ ਪਤਾ ਹੀ ਹੈ ਕਿ ਕੋਈ ਅਸੀਂ ਬੀਮ ਸਟਰਕਚਰ ਜਿਸ ਤਰ੍ਹਾਂ ਕਿ ਅਸੀਂ ਲੈਂਦੇ ਹਾਂ, ਉਸ ਦੇ ਉੱਪਰ ਆਪਣਾ ਵੇਟ ਹੋਏਗਾ, ਕੁਛ ਉਹਦੇ ਉੱਤੇ ਲੋਡ ਪਾਇਆ ਜਾਏਗਾ, ਤਾਂ ਉਸ ਦੇ ਨਾਲ ਸਾਡੇ ਕੋਲ ਕੁਛ ਬੈਂਡਿੰਗ ਮੂਵਮੈਂਟਸ ਐਂਡ ਸ਼ੀਅਰ ਫੋਰਸਿਸ ਡਿਵੈਲਪ ਕਰਨਗੇ। ਇਹਨਾਂ ਬੈਂਡਿੰਗ ਮੂਵਮੈਂਟਸ ਐਂਡ ਸ਼ੀਅਰ ਫੋਰਸ ਦੇ ਓਪੋਜ਼ਿਟ ਬੋਡੀ ਦੇ ਵਿੱਚ ਜਿਸ ਮਟੀਰੀਅਲ ਦੀ ਬਣੀ ਹੋਈ ਹੈ, ਉਹ ਕੁਛ ਸਟ੍ਰੈਸਿਸ ਡਿਵੈਲਪ ਕਰਨਗੀਆਂ ਜਿਸ ਮਟੀਰੀਅਲ ਦੀਆਂ ਬਣੀਆਂ ਹੋਈਆਂ ਨੇ, ਭਾਵੇਂ ਇਹ ਲੱਕੜ ਦੀ ਹੋਵੇ, ਭਾਵੇਂ ਲੋਹੇ ਦੀ ਹੋਵੇ, ਭਾਵੇਂ ਕੰਕਰੀਟ ਦੀ ਹੋਵੇ ਜਾਂ ਕੋਈ ਹੋਰ ਮਟੀਰੀਅਲ ਦੀ ਬਣੀਆਂ ਹੋਈਆਂ ਹੋਣ, ਤਾਂ ਜਿਹੜਾ ਉਸ ਦਾ ਮਟੀਰੀਅਲ ਜਿਸ ਦਾ ਬਣਿਆ ਹੋਏਗਾ, ਉਹ ਮਟੀਰੀਅਲ ਜਿਹੜਾ ਹੋਏਗਾ ਉਹ ਖੁਦ ਇਹਨਾਂ ਬੈਂਡਿੰਗ ਮੂਵਮੈਂਟਸ ਨੂੰ, ਮੂਵਮੈਂਟ ਆਫ ਰੈਸਿਸਟੈਂਸ ਨੂੰ ਓਵਰਕਮ ਕਰਨ ਦੇ ਵਾਸਤੇ ਸਾਡੇ ਕੋਲ ਜਿਹੜਾ ਮਟੀਰੀਅਲ ਹੈ ਉਸ ਦੇ ਵਿੱਚ ਬੈਂਡਿੰਗ ਸਟ੍ਰੈਸਿਸ ਜਿਹੜੀਆਂ ਹਨ ਉਹ ਡਿਵੈਲਪ ਹੋਣਗੀਆਂ। ਕੁਛ ਸਟ੍ਰੈਸਿਸ ਜਿਹੜੀਆਂ ਹੋਣਗੀਆਂ ਉਹ ਡਿਵੈਲਪ ਹੋਣਗੀਆਂ ਜਿਨ੍ਹਾਂ ਨੂੰ ਕਿ ਅਸੀਂ ਬੈਂਡਿੰਗ ਸਟ੍ਰੈਸਿਸ ਐਂਡ ਸ਼ੀਅਰ ਸਟ੍ਰੈਸਿਸ ਦੇ ਨਾਮ ਦੇ ਨਾਲ ਜਾਣਦੇ ਹਾਂ। ਸੋ ਇਸ ਨੂੰ ਸਟੱਡੀ ਕਰਨ ਲੱਗੇ ਹਾਂ। ਇਨ ਇੰਜੀਨੀਅਰਿੰਗ ਪ੍ਰੈਕਟਿਸ, when some external load acts on a beam, the bending moments and shear forces are developed at all the sections of the beam. Due to the shear forces and bending moments, the beam undergoes certain deformation. The material of the beam will offer certain resistance or stresses against these deformations. The stresses produced to resist the bending moments are known as bending stresses or longitudinal stresses. This stress produced to resist the action of the shear force are known as shear stresses. So bending stresses in beams मतलब ਦਾ ਇਹ ਹੋਇਆ, the stresses produced in the beam to resist the bending moment due to load are known as bending stresses. ਇਸ ਤੋਂ ਬਾਅਦ ਅਸੀਂ ਕਰਦੇ ਹਾਂ ਨਿਊਟਰਲ ਐਕਸਿਸ। ਜਿਸ ਤਰ੍ਹਾਂ ਕਿ ਅਸੀਂ ਇੱਕ ਬੀਮ ਲੈਂਦੇ ਹਾਂ, ਉਸ ਬੀਮ ਦੇ ਵਿੱਚ ਇੱਕ ਇਹੋ ਜਿਹੀ ਸੈਕਸ਼ਨ ਹੋਏਗਾ ਜਿਸ ਦੇ ਉੱਤੇ ਨਾ ਕੰਪਰੈਸਿਵ ਫੋਰਸ ਐਕਟ ਕਰੇਗੀ, ਨਾ ਟੈਂਸਾਈਲ ਫੋਰਸ ਐਕਟ ਕਰੇਗੀ। ਉਸ ਦੇ ਵਿੱਚ ਇੱਕ ਇਹੋ ਜਿਹੀ ਇੱਕ ਲੇਅਰ ਹੋਏਗੀ, ਇੱਕ ਇਹੋ ਜਿਹੀ ਐਕਸਿਸ ਹੋਏਗੀ, ਇੱਕ ਇਹੋ ਜਿਹਾ ਜ਼ੋਨ ਹੋਏਗਾ ਜਿਹਦੇ ਉੱਪਰ ਕਿ ਨਾ ਕੰਪਰੈਸਿਵ ਫੋਰਸ ਨੇ, ਨਾ ਟੈਂਸਾਈਲ ਫੋਰਸਿਸ ਨੇ। ਉਸ ਨੂੰ ਅਸੀਂ ਕਹਾਂਗੇ ਜੀ ਨਿਊਟਰਲ ਐਕਸਿਸ। ਨਿਊਟਰਲ ਦਾ ਮਤਲਬ ਇਹ ਹੈ ਕਿ ਨਾ ਉਹਦੇ ਉੱਤੇ ਕੰਪਰੈਸਿਵ ਹੈ, ਨਾ ਉਹਦੇ ਉੱਪਰ ਟੈਂਸਾਈਲ ਹੈ। ਉਸ ਨੂੰ ਕਹਾਂਗੇ ਨਿਊਟਰਲ, ਦੈਟ ਇਜ਼ ਦੀ ਜ਼ੀਰੋ ਸਟ੍ਰੈਸਿਸ ਵਾਲੀ ਇੱਕ ਜ਼ੋਨ ਹੋਏਗਾ, ਇੱਕ ਲੇਅਰ ਹੋਏਗੀ, ਇੱਕ ਐਕਸਿਸ ਹੋਏਗਾ, ਦੈਟ ਇਜ਼ ਨੋਨ ਐਜ਼ ਦੀ ਨਿਊਟਰਲ ਐਕਸਿਸ। ਉਸ ਤੋਂ ਬਾਅਦ ਅਸੀਂ ਹੁਣ ਸਟੱਡੀ ਕਰਨ ਲੱਗੇ ਹਾਂ ਪਿਓਰ ਬੈਂਡਿੰਗ ਔਰ ਸਿੰਪਲ ਬੈਂਡਿੰਗ। ਸੋ ਪਿਓਰ ਬੈਂਡਿੰਗ ਔਰ ਸਿੰਪਲ ਬੈਂਡਿੰਗ ਮਤਲਬ bending of a beam not accompanied by any shear force is known as pure bending or simple bending. Simple bending ਦਾ ਮਤਲਬ ਇਹ ਹੈ ਕਿ bending without shear force, that is known as a pure bending or simple bending. ਇਸ ਨੂੰ ਐਕਸਪਲੇਨ ਕਰਨ ਦੇ ਵਾਸਤੇ ਅਸੀਂ ਇੱਕ ਡਾਇਗਰਾਮ ਲਵਾਂਗੇ।
एक असी बीम सैक्शन लिता है जिसका नाम है ABCD, ਉਹਦੀਆਂ दो सपोर्ट्स ने B ਤੇ C, दो उसके ओवरहैंग्स ने सज्जे पासे भी और खब्बे पासे भी। दो ओवरहैंग ने, एक पासे AB है, एक पासे साडे कोल CD है। ਜਿਹੜੇ ਉਹਦੇ एंड्स ने A पॉइंट और D पॉइंट, ਉਹਨਾਂ ਦੇ ਉੱਤੇ 2 पॉइंट कंसनट्रेटेड लोड कैपिटल W एक्ट कर रहे हैं। ਉਹਦਾ ਆਪਣਾ स्पैन L है, ओवरहैंग ਦਾ स्पैन A है। ਜਦੋਂ ਅਸੀਂ ਇਹਦੀ ਸ਼ੀਅਰ ਫੋਰਸ ਤੇ ਬੈਂਡਿੰਗ ਮੂਵਮੈਂਟ ਡਾਇਗਰਾਮ ਬਣਾਉਂਦੇ ਹਾਂ, ਉਹ ਤੁਹਾਡੇ ਸਾਹਮਣੇ ਹੈ, ਜਿਸ ਤਰ੍ਹਾਂ ਕਿ ਅਸੀਂ ਪਹਿਲੇ ਹੀ ਸਟੱਡੀ ਕਰ ਚੁੱਕੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਸ਼ੀਅਰ ਫੋਰਸ ਡਾਇਗਰਾਮ ਬਣਾਉਂਦੇ ਹਾਂ ਇਸ ਦੀ। ਜਦੋਂ ਕੋਈ ਸੈਕਸ਼ਨ ਦੇ ਅਸੀਂ ਲੈਫਟ ਹੈਂਡ ਸਾਈਡ ਦੇ ਉੱਤੇ ਡੀਲ ਕਰਦੇ ਹਾਂ ਤਾਂ ਅਪਵਰਡ ਫੋਰਸਿਸ ਨੂੰ ਪੋਜ਼ਿਟਿਵ ਲੈਂਦੇ ਹਾਂ ਔਰ ਡਾਊਨਵਰਡ ਫੋਰਸਿਸ ਨੂੰ ਨੈਗੇਟਿਵ ਲੈਂਦੇ ਹਾਂ। ਇਸ ਦਾ ਮਤਲਬ ਜਦੋਂ ਅਸੀਂ B ਪੁਆਇੰਟ ਤੋਂ A ਪੁਆਇੰਟ ਵੱਲ ਜਾਂਦੇ ਹਾਂ, ਕਿਉਂਕਿ ਇਹ ਸਾਡੇ ਕੋਲ ਡਾਊਨਵਰਡ ਫੋਰਸ ਹੈ, ਇਹਦਾ ਮਤਲਬ ਸ਼ੀਅਰ ਫੋਰਸ ਜਿਹੜੀ ਹੋਏਗੀ ਉਹ ਨੈਗੇਟਿਵ ਹੋਏਗੀ। C ਪੁਆਇੰਟ ਤੇ ਜਦੋਂ ਜਾਂਦੇ ਆ ਤਾਂ ਰਾਈਟ ਹੈਂਡ ਸਾਈਡ ਦੇ ਉੱਤੇ ਸਾਡੇ ਕੋਲ ਸੈਕਸ਼ਨ ਆਉਂਦਾ ਹੈ। ਇਹਦੇ ਵਿੱਚ ਕੀ ਹੋਏਗਾ, ਅਪਵਰਡ ਫੋਰਸਿਸ ਨੂੰ ਅਸੀਂ ਨੈਗੇਟਿਵ ਲੈਂਦੇ ਹਾਂ ਔਰ ਡਾਊਨਵਰਡ ਫੋਰਸਿਸ ਨੂੰ ਪੋਜ਼ਿਟਿਵ ਲੈਂਦੇ ਹਾਂ। ਤਾਂ ਇਹਦੇ ਮਤਲਬ ਇਹ ਹੋਇਆ ਕਿ ਜਿਹੜੀ C ਪੁਆਇੰਟ ਦੇ ਰਾਈਟ ਹੈਂਡ ਸਾਈਡ ਦੇ ਉੱਤੇ ਫੋਰਸ ਐਕਟ ਕਰ ਰਹੀ ਹੈ, ਉਹਦੇ ਵਿੱਚ ਜਿਹੜੀ ਸ਼ੀਅਰ ਫੋਰਸਿਸ ਜਿਹੜੀਆਂ ਹੋਣਗੀਆਂ ਉਹ ਪੋਜ਼ਿਟਿਵ ਹੋਣਗੀਆਂ। ਸੋ ਇਸ ਨੂੰ ਅਸੀਂ ਇੱਕ 0-0 ਲਾਈਨ ਦੇ ਉੱਪਰ ਡਰਾ ਕਰਨ ਲੱਗੇ ਹਾਂ। ਸੋ ਪਹਿਲਾ ਪੁਆਇੰਟ A ਹੈ, ਲੋਡ ਸਾਡੇ ਕੋਲ W ਐਕਟ ਕਰ ਰਿਹਾ ਡਾਊਨਵਰਡ, ਇਸ ਨੂੰ ਡਾਊਨਵਰਡ ਨੈਗੇਟਿਵ ਜਿਵੇਂ ਸਾਡੇ ਕੋਲ ਪਹਿਲਾਂ ਹੀ ਕਿਹਾ, ਉਹ ਨੈਗੇਟਿਵ ਦੇ ਵਿੱਚ ਥੱਲੇ ਸਾਡੇ ਕੋਲ ਜਾਣਾ ਪਏਗਾ, ਨੈਗੇਟਿਵ ਦੇ ਵਿੱਚ ਜਾਣਾ ਪਏਗਾ। A ਪੁਆਇੰਟ ਤੋਂ B ਪੁਆਇੰਟ ਤੱਕ ਕੋਈ ਲੋਡ ਨਹੀਂ ਹੈ, ਯੂਨੀਫਾਰਮ ਜਾਏਗਾ, ਹੋਰੀਜ਼ੋਨਟਲ ਜਾਏਗਾ। ਉਸ ਤੋਂ ਬਾਅਦ B ਦੇ ਉੱਪਰ ਰਿਐਕਸ਼ਨ ਹੈ, ਉਸ ਨੂੰ ਅਪਵਰਡ ਲੈ ਜਾਵਾਂਗੇ। ਉਸ ਤੋਂ ਬਾਅਦ B ਤੋਂ ਲਾ ਕੇ C ਤੱਕ ਕੋਈ ਲੋਡ ਨਹੀਂ ਹੈ, ਇਹਦੇ ਮਤਲਬ ਸਾਡਾ ਉਸ ਦੇ ਉੱਤੇ ਕੰਸਾਈਡ ਕਰੇਗਾ। ਜਦੋਂ ਅਸੀਂ C ਪੁਆਇੰਟ 'ਤੇ ਜਾਂਦੇ ਹਾਂ ਤਾਂ ਅਪਵਰਡ ਫੋਰਸ ਆਪਣੇ ਕੋਲ ਹੈ ਰਿਐਕਸ਼ਨ W ਦੇ ਬਰਾਬਰ, ਅਸੀਂ ਅਪਵਰਡ ਜਾਵਾਂਗੇ। ਉਸ ਤੋਂ ਬਾਅਦ C ਤੋਂ ਲਾ ਕੇ D ਤੱਕ ਕੋਈ ਫੋਰਸ ਨਹੀਂ ਹੈ, ਕੋਈ ਲੋਡ ਨਹੀਂ ਹੈ ਸਾਡੇ ਕੋਲ, ਤਾਂ ਉਹਦੇ ਨਾਲ ਹੋਰੀਜ਼ੋਨਟਲ ਜਾਵਾਂਗੇ। ਜਦੋਂ ਅਸੀਂ D ਪੁਆਇੰਟ 'ਤੇ ਪਹੁੰਚਾਂਗੇ ਤਾਂ ਲੋਡ ਸਾਡੇ ਕੋਲ W ਹੈ, ਉਸ ਨੂੰ ਅਸੀਂ ਡਾਊਨਵਰਡ ਲੈ ਕੇ ਜਾਵਾਂਗੇ। ਤਾਂ ਇਹਦਾ ਮਤਲਬ ਅਸੀਂ 0-0 ਲਾਈਨ ਦੇ ਉੱਤੇ ਚੱਲੇ ਔਰ 0-0 ਲਾਈਨ ਦੇ ਉੱਤੇ ਅਸੀਂ ਪਹੁੰਚ ਗਏ। ਇਸ ਤੋਂ ਬਾਅਦ ਅਸੀਂ ਡਰਾ ਕਰਨ ਲੱਗੇ ਇਸ ਦੀ ਬੈਂਡਿੰਗ ਮੂਵਮੈਂਟ ਡਾਇਗਰਾਮ। ਦੋ ਐਂਡਸ ਨੇ A ਔਰ D, ਇਹਨਾਂ ਦੇ ਉੱਤੇ ਜਿਹੜੀ ਸਾਡੇ ਕੋਲ ਬੈਂਡਿੰਗ ਮੂਵਮੈਂਟ ਹੈ ਉਹ ਜ਼ੀਰੋਜ਼ ਨੇ। ਜਦੋਂ ਸਾਡੇ ਕੋਲ B ਪੁਆਇੰਟ ਹੈ ਔਰ ਇੱਕ C ਪੁਆਇੰਟ ਹੈ, ਸੋ B ਪੁਆਇੰਟ ਦੇ ਉੱਤੇ ਜਦੋਂ ਅਸੀਂ ਵੇਖਾਂਗੇ ਕਿ ਲੈਫਟ ਹੈਂਡ ਸਾਈਡ ਦੇ ਉੱਤੇ ਸਾਡੇ ਕੋਲ ਇੱਕ ਕਲੋਕਵਾਈਜ਼ ਮੂਵਮੈਂਟ ਨੂੰ ਅਸੀਂ ਪੋਜ਼ਿਟਿਵ ਲਵਾਂਗੇ ਔਰ ਐਂਟੀ ਕਲੋਕਵਾਈਜ਼ ਮੂਵਮੈਂਟਸ ਨੂੰ ਅਸੀਂ ਨੈਗੇਟਿਵ ਲਵਾਂਗੇ। ਸੋ ਇਸ ਦੇ ਨਾਲ B ਪੁਆਇੰਟ ਦੇ ਉੱਤੇ ਜਿਹੜਾ A ਪੁਆਇੰਟ ਦਾ ਲੋਡ ਇਫੈਕਟ ਕਰ ਰਿਹਾ W, it is going to produce an anti-clockwise moment which is taken to be negative। C ਪੁਆਇੰਟ ਦੇ ਉੱਤੇ ਜਦੋਂ ਜਾਂਦੇ ਆ ਤਾਂ ਇਸ ਦੀ ਅਸੀਂ ਬੈਂਡਿੰਗ ਮੂਵਮੈਂਟ ਡਾਇਗਰਾਮ ਲੋਡ ਦਾ W ਕਰਕੇ ਡਰਾ ਕਰਨਾ ਚਾਹਾਂਗੇ। ਇਹਦੇ ਉੱਪਰ ਕੀ ਹੋਏਗਾ, ਜਿਹੜੇ ਐਂਟੀ ਕਲੋਕਵਾਈਜ਼ ਮੂਵਮੈਂਟਸ ਨੂੰ ਉਹਨੂੰ ਅਸੀਂ ਪੋਜ਼ਿਟਿਵ ਲਵਾਂਗੇ ਔਰ ਕਲੋਕਵਾਈਜ਼ ਮੂਵਮੈਂਟਸ ਨੂੰ ਅਸੀਂ ਨੈਗੇਟਿਵ ਲਵਾਂਗੇ। ਸੋ C ਪੁਆਇੰਟ 'ਤੇ ਜਦੋਂ ਅਸੀਂ W ਦਾ ਇਫੈਕਟ ਦੇਖਦੇ ਹਾਂ D ਪੁਆਇੰਟ ਵਾਲੇ ਦਾ, ਤਾਂ ਇਹ ਸਾਡੇ ਕੋਲ ਆਏਗਾ ਇੱਕ ਨੈਗੇਟਿਵ ਪੁਆਇੰਟ। ਇਹ ਸਾਡੇ ਕੋਲ ਕੀ ਆਏਗਾ, ਸਾਡੇ ਕੋਲ ਕਲੋਕਵਾਈਜ਼ ਮੂਵਮੈਂਟ ਜਿਸ ਨੂੰ ਕਿ ਅਸੀਂ ਨੈਗੇਟਿਵ ਲਵਾਂਗੇ। ਤਾਂ ਅਸੀਂ ਇਹਨਾਂ ਦੋਵਾਂ ਪੁਆਇੰਟਾਂ ਦੇ ਉੱਤੇ B ਪੁਆਇੰਟ ਔਰ C ਪੁਆਇੰਟ ਦੇ ਉੱਤੇ ਡਾਊਨਵਰਡ WA ਦੇ ਨਾਲ ਜਿਹੜਾ ਬੈਂਡਿੰਗ ਮੂਵਮੈਂਟ ਐਕਟ ਕੀਤਾ ਹੈ ਉਹ ਲਵਾਂਗੇ ਔਰ 0-0 ਦੇ ਨਾਲ ਮਿਲਾਵਾਂਗੇ ਔਰ ਇਸ ਨੂੰ ਫਿਰ B ਔਰ C ਦੇ ਉੱਤੇ ਇਸ ਨੂੰ ਹੋਰੀਜ਼ੋਨਟਲ ਮਿਲੇਗਾ। ਤਾਂ ਦੋ ਤਰ੍ਹਾਂ ਦੀ ਡਾਇਗਰਾਮਸ ਬਣੀਆਂ, ਇੱਕ ਸ਼ੀਅਰ ਫੋਰਸ ਔਰ ਬੈਂਡਿੰਗ ਮੂਵਮੈਂਟ ਡਾਇਗਰਾਮ। ਹੁਣ ਅਸੀਂ ਡੀਲ ਕਰਾਂਗੇ ਪਿਓਰ ਬੈਂਡਿੰਗ ਔਰ ਸਿੰਪਲ ਬੈਂਡਿੰਗ ਬਾਰੇ। ਇੱਕ ਬੀਮ ਹੈ ਸਾਡੇ ਕੋਲ ABCD ਵਿਦ ਇਕੁਅਲ ਓਵਰਹੈਂਗ ਨੇ ਐਂਡ ਸਪੋਰਟਡ ਐਟ ਦੀ ਪੁਆਇੰਟ B ਐਂਡ C, ਜਿਸ ਤਰ੍ਹਾਂ ਅਸੀਂ ਪਹਿਲੇ ਡੀਲ ਕੀਤਾ ਹੈ। ਤਾਂ ਦੋ ਪੁਆਇੰਟਸ ਨੇ ਸਾਡੇ ਕੋਲ ਲੋਡ W ਜਿਹੜੇ ਕਿ ਅਪਲਾਈ ਕੀਤੇ ਗਏ ਨੇ, ਵਿਚ ਆਰ ਅਪਲਾਈਡ ਐਟ ਈਚ ਐਂਡ ਆਫ ਦੀ ਬੀਮ। ਤਾਂ ਸ਼ੀਅਰ ਫੋਰਸ ਐਂਡ ਬੈਂਡਿੰਗ ਡਾਇਗਰਾਮ ਵਿਚ ਆਰ ਡਰਾਨ ਫਰੋਮ ਦੀ ਗਿਵਨ ਲੋਡਸ, ਜਿਹੜੇ ਕਿ ਅਸੀਂ ਪਹਿਲੇ ਹੀ ਡੀਲ ਕੀਤਾ ਹੈ। ਫਰੋਮ these diagrams it is clear that there is no shear force between B and C from the shear force diagram, but the bending moment between B and C जो है वो एक constant quantity है WA ਦੇ ਨਾਲ ਇਸ diagram ਦੇ ਮੁਤਾਬਕ। ਇਸ ਦਾ ਮਤਲਬ ਇਹ ਹੋਇਆ, this means that between the point B and C the beam is subjected to a constant bending moment only, and this condition of the beam between B and C is known as pure bending and simple bending। ਮਤਲਬ ਕਿ ਇਹਨਾਂ ਪੁਆਇੰਟਾਂ ਦੇ ਉੱਤੇ ਸਾਡੇ ਕੋਲ ਕੋਈ ਸ਼ੀਅਰ ਫੋਰਸ ਨਹੀਂ ਹੋਏਗੀ, ਸਿਰਫ ਸਾਡੇ ਕੋਲ ਬੈਂਡਿੰਗ ਹੋਏਗਾ ਇਹਨਾਂ ਜੋ ਸਟੇजेस ਨੇ B ਐਂਡ C ਦੇ ਉੱਪਰ। ਇਸ ਨੂੰ ਅਸੀਂ ਕਹਾਂਗੇ ਜੀ ਪਿਓਰ ਔਰ ਸਿੰਪਲ ਬੈਂਡਿੰਗ। ਉਸ ਤੋਂ ਬਾਅਦ ਕੁਝ ਸਾਡੇ ਕੋਲ ਅਜ਼ੰਪਸ਼ਨਸ ਨੇ ਜਿਹੜੀ ਕਿ ਅਸੀਂ ਮੇਕ ਕਰਦੇ ਹਾਂ ਅਸੀਂ ਇਨ ਦੀ ਥਿਓਰੀ ਆਫ ਸਿੰਪਲ ਬੈਂਡਿੰਗ।
ਇਹਦੇ ਵਿੱਚ ਕੁਝ ਪॉइंट्स ਨੇ ਸਾਡੇ ਕੋਲ। ਸਭ ਤੋਂ ਪਹਿਲਾ पॉइंट है the transverse section of the beam which is plane before bending will remain plane after bending। सब तो पहला point। Second point, the material of the beam is homogeneous, that is of same kind throughout and is an isotropic। Isotropic means equal elastic properties of all the directions। Third point है the value of Young's model of elasticity is same in tensile as well as in compressive। चौथा पॉइंट साडे कोल है देयर इज नो रिजल्टेंट पुल और पुश अक्रॉस द ट्रांसवर्स सेक्शन ऑफ द बीम। पंजवां पॉइंट है द लोड्स आर अप्लाइड इन द प्लेन ऑफ बेंडिंग। छेवां पॉइंट है साडे कोल द बीम मटीरियल इज स्ट्रेस्ड विद इन इलास्टिक लिमिट्स एंड दस ओबेज द हुक्स लॉ। सतवां पॉइंट है द रेडियस ऑफ कर्वेचर ऑफ द बीम बिफोर बेंडिंग इज वेरी लार्ज एज कंपेयर टू द ट्रांसवर्स डायरेक्शन ऑफ द बीम। और अठवां पॉइंट है इस दे विच each layer of the beam is free to expand or contract independently of the layer above or below it। इस तो बाद theory of simple bending or bending equation। When some external load acts on a beam, the shear force and bending moment are set up at all the sections of the beam। So due to these shear forces and bending moments, the beam undergoes certain deformation। In order to determine practical utility of any beam, it is very necessary to establish the relation between the radius of curvature to which the beam bends, the bending moment, bending stresses and cross-sectional dimensions, etc. So the relation or the equation which connects these quantities is known as theory of simple bending or bending stresses। So the relation or equation which connects these quantities is known as theory of bending or bending stresses। So ਇਹਦੇ ਵਿੱਚ ਅਸੀਂ ਕਹਾਂਗੇ ਕਿ m ਵਟਾ I is equal to f ਵਟਾ y is equal to E ਵਟਾ R। ਇਸ ਦੇ ਥਿਓਰੀ ਨੂੰ ਅਸੀਂ ਕਹਾਂਗੇ theory of bending or bending stresses। ਉਸ ਤੋਂ ਬਾਅਦ ਸਾਡੇ ਕੋਲ ਹੈ ਜੀ moment of resistance। The sum of the moment of internal forces about the neutral axis is known as moment of resistance। सो इस वास्ते जी असी थ्योरी है वो दो पार्ट्स लैने आ कि m वटा I इज इक्वल टू f वटा y। सो m नू इक्वेट करते हैं असी m इज इक्वल टू f इंटू I वटा y। जिहड़ा I वटा y हुंदा है उसनूं असी कहने आ z दे नाल रिप्रजेंट करते हैं तो m इज इक्वल टू एफ बी मल्टीप्लाइड बाय z। सो m ਜਿਹੜਾ ਹੈ ਇਹ ਮੋਮੈਂਟ ਆਫ ਰੈਸਿਸਟੈਂਸ ਹੋ ਗਿਆ ਜਿਸ ਨੂੰ ਅਸੀਂ ਬੈਂਡਿੰਗ ਮੋਮੈਂਟ ਦੇ ਬਰਾਬਰ ਇਕੁਏਟ ਕਰਦੇ ਹਾਂ। ਐਫ ਵੀ ਮਤਲਬ ਬੈਂਡਿੰਗ ਸਟ੍ਰੈਸਿਸ ਨੇ, ਇਸ ਨੂੰ ਅਸੀਂ ਐਫ ਬੀ ਦੇ ਨਾਲ ਵੀ ਰਿਪਰੈਜ਼ੈਂਟ ਕਰ ਸਕਦੇ ਹਾਂ ਔਰ ਇਸ ਨੂੰ ਅਸੀਂ ਸਿਗਮਾ ਬੀ ਦੇ ਨਾਲ ਵੀ ਰਿਪਰੈਜ਼ੈਂਟ ਕਰ ਸਕਦੇ ਹਾਂ। ਔਰ ਉਸ ਤੋਂ ਬਾਅਦ ਹੈ ਸਾਡੇ ਕੋਲ z। z ਮਤਲਬ ਸੈਕਸ਼ਨ ਮੋਡੂਲਸ। ਸੋ ਸੈਕਸ਼ਨ ਮੋਡੂਲਸ z ਜਿਹੜਾ ਹੋਏਗਾ ਦੈਟ ਇਜ਼ ਇਕੁਅਲ ਟੂ I ਬਟਾ y। ਉਸ ਤੋਂ ਬਾਅਦ ਸਾਡੇ ਕੋਲ ਹੈ ਜੀ ਸਟਰੈਂਥ ਆਫ ਸੈਕਸ਼ਨਸ। The moment of resistance offered by a beam of flexural strength of section is called strength of a section of a beam। It depends upon section modulus of the beam। So section modulus or modulus of a section बारे हुण असीं स्टडी करांगे। सो section modulus की चीज़ है ਜਾਂ modulus of section की चीज़ है जिस ਨੂੰ ਅਸੀਂ रिप्रजेंट करते हैं z ਦੇ ਨਾਲ। सो z ਜਿਹੜਾ ਹੋਏਗਾ ਇਹ I ਵਟਾ y ਦੇ ਨਾਲ ਅਸੀਂ ਪਹਿਲਾਂ ਹੀ ਸਟੱਡੀ ਕੀਤਾ ਹੈ ਤੇ ਹੁਣ ਇਸ ਨੂੰ ਡੀਲ ਕਰਨ ਲੱਗੇ ਆ। The ratio of inertia of the section, the ratio of inertia of the section about the neutral axis to the distance of outermost layer from the neutral axis is called modulus of a section। So modulus of section जो है it is the ratio of inertia, inertia means moment of inertia जिसनों असीं कहने आ, it is the ratio of inertia of a section about the neutral axis to the distance of the outermost layer from the neutral axis। It is known as the section modulus or modulus of the section। So modulus of the section कह लो ਜਾਂ section modulus कह लो। सो ਇਸ ਨੂੰ ਅਸੀਂ रिप्रजेंट ਕਰਦੇ ਹਾਂ z ਦੇ ਨਾਲ। सो z ਜਿਹੜਾ ਹੋਏਗਾ ਸਾਡੇ ਕੋਲ that is equal to I बटा y।
ਸੋ ਮੋਡੂਲਸ ਆਫ ਦੀ ਸੈਕਸ਼ਨ ਹੁਣ ਅਸੀਂ ਡਿਫਰੈਂਟ ਕੇਸਿਸ ਦੇ ਵਿੱਚ ਡੀਲ ਕਰਾਂਗੇ ਕਿ ਇਹ ਸਾਡੇ ਕੋਲ ਰੈਕਟੈਂਗੂਲਰ ਸੈਕਸ਼ਨ ਹੈ, ਇਹ ਸਾਡੇ ਕੋਲ ਸਰਕੂਲਰ ਸੈਕਸ਼ਨ ਹੈ, ਇਹ ਸਾਡੇ ਕੋਲ ਕਿਸ ਤਰ੍ਹਾਂ ਦਾ ਸੈਕਸ਼ਨ ਹੈ ਉਹਦੇ ਵਿੱਚ। ਸੋ ਸਭ ਤੋਂ ਪਹਿਲਾਂ ਮੋਡੂਲਸ ਆਫ ਸੈਕਸ਼ਨ ਜਾਂ ਮੋਡੂਲਸ ਆਫ ਸੈਕਸ਼ਨ ਆਫ ਏ ਰੈਕਟੈਂਗੂਲਰ ਸੈਕਸ਼ਨ, ਆਫ ਏ ਰੈਕਟੈਂਗੂਲਰ ਸੈਕਸ਼ਨ। ਸੋ ਜਿਹੜਾ Z ਜਿਹੜਾ ਹੈਗਾ ਇੱਕ ਰੈਕਟੈਂਗੂਲਰ ਸੈਕਸ਼ਨ ਦੇ ਵਿੱਚ ਇੱਕ ਇਹੋ ਜਿਹਾ ਸੈਕਸ਼ਨ ਜਿਸ ਦੀ ਕਿ ਵਿਡਥ B ਹੋਏਗੀ, ਡੈਪਥ D ਹੈਗੀ ਹੈ ਸਾਡੇ ਕੋਲ, ਇਹਨੂੰ ਅਸੀਂ ਕਹਾਂਗੇ I/Y। ਜਿਹੜਾ I ਸਾਡੇ ਕੋਲ ਹੈਗਾ ਉਹ ਹੁੰਦਾ BD³ ਡਿਵਾਈਡਡ ਬਾਈ 12। ਇਸ ਨੂੰ Y ਦੇ ਨਾਲ, Y ਜਿਹੜਾ ਹੋਏਗਾ ਉਹ ਸਾਡੇ ਕੋਲ ਨਿਊਟਰਲ ਐਕਸਿਸ ਤੋਂ ਆਊਟਰ ਮੋਸਟ ਲੇਅਰ ਜਿਹੜੀ ਕਿ ਸਾਡੇ ਕੋਲ D/2 ਦੇ ਨਾਲ ਹੁੰਦੀ ਹੈ, ਤਾਂ ਉਹਦੇ ਨਾਲ ਅਸੀਂ ਇਸ ਨੂੰ ਡਿਵਾਈਡ ਕਰਦੇ ਹਾਂ। ਸੋ BD³ ਡਿਵਾਈਡਡ ਬਾਈ 12 ਨੂੰ ਅਸੀਂ D/2 ਦੇ ਨਾਲ ਜਦੋਂ ਡਿਵਾਈਡ ਕਰ ਦਾਂਗੇ ਤਾਂ ਜਿਹੜੀ ਵੈਲਿਊ ਸਾਡੇ ਕੋਲ ਆਏਗੀ ਜਿਸ ਨੂੰ ਅਸੀਂ Z ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ, ਇਸ ਨੂੰ ਕਹਾਂਗੇ ਸੈਕਸ਼ਨ ਮੋਡੂਲਸ ਜਾਂ ਮੋਡੂਲਸ ਆਫ ਦੀ ਸੈਕਸ਼ਨ। ਸੋ ਕੀ ਵੈਲਿਊ ਆਏਗੀ? ਸੋ ਦਿਸ ਇਜ਼ ਇਕੁਅਲ ਟੂ BD² ਡਿਵਾਈਡਡ ਬਾਈ 6। ਹੁਣ ਅਸੀਂ ਕਰਾਂਗੇ ਮੋਡੂਲਸ ਆਫ ਸੈਕਸ਼ਨ ਆਫ ਏ ਹੋਲੋ ਰੈਕਟੈਂਗੂਲਰ ਸੈਕਸ਼ਨ। ਇੱਕ ਸਾਡੇ ਕੋਲ ਸੈਕਸ਼ਨ ਹੈ ਜਿਸ ਦੀ ਕਿ ਵਿਡਥ ਕੈਪੀਟਲ B ਹੈ, ਡੈਪਥ ਕੈਪੀਟਲ D ਹੈ। ਇਹਦੇ ਵਿੱਚ ਸਾਡੇ ਕੋਲ ਇੱਕ ਹੋਲੋ ਬਣਾਇਆ ਗਿਆ ਹੈ ਜਿਸ ਦਾ ਕਿ ਸਾਡੇ ਕੋਲ ਸਾਈਜ਼ ਹੋਏਗਾ ਸਮਾਲ b ਐਂਡ ਸਮਾਲ d। ਤਾਂ ਇਸ ਦੇ ਵਿੱਚ ਜਿਹੜਾ Z ਹੋਏਗਾ ਸਾਡੇ ਕੋਲ ਉਹ ਹੋਏਗਾ ਸਾਡੇ ਕੋਲ ਕੈਪੀਟਲ BD³ ਮਾਈਨਸ ਸਮਾਲ BD³ ਡਿਵਾਈਡਡ ਬਾਈ 6D। ਉਸ ਤੋਂ ਬਾਅਦ ਜੀ ਮੋਡੂਲਸ ਆਫ ਸੈਕਸ਼ਨ ਆਫ ਏ ਸਰਕੂਲਰ ਸੈਕਸ਼ਨ। ਸੋ Z is equal to so it is equal to pi D³ divided by 32। ਕਿਉਂਕਿ Z ਜਿਹੜਾ ਹੁੰਦਾ ਹੈ ਉਹ ਇੱਕ ਸਰਕੂਲਰ ਸੈਕਸ਼ਨ ਦਾ I/Y ਜੋ I ਹੈ ਸਾਡੇ ਕੋਲ ਮੋਮੈਂਟ ਆਫ ਇਨਰਸ਼ੀਆ ਇੱਕ ਸਰਕੂਲਰ ਸੈਕਸ਼ਨ ਦਾ ਹੁੰਦਾ ਹੈ, ਦੈਟ ਇਜ਼ ਇਕੁਅਲ ਟੂ π/64 D⁻⁴। ਇਸ ਨੂੰ ਅਸੀਂ D/2 ਦੇ ਨਾਲ ਅਸੀਂ ਜਦੋਂ ਡਿਵਾਈਡ ਕਰ ਦਾਂਗੇ ਤਾਂ π/64 D⁻⁴ ਨੂੰ D/2 ਨਾਲ ਡਿਵਾਈਡ ਕਰਦੇ ਹਾਂ ਤਾਂ ਸਾਡੇ ਕੋਲ ਜਿਹੜਾ Z ਹੈ ਸੈਕਸ਼ਨ ਮੋਡੂਲਸ ਇਹ ਆ ਜਾਂਦਾ ਸਾਡੇ ਕੋਲ πD³ ਡਿਵਾਈਡਡ ਬਾਈ πD³ ਡਿਵਾਈਡਡ ਬਾਈ 32। ਉਸ ਤੋਂ ਬਾਅਦ ਮੋਡੂਲਸ ਆਫ ਸੈਕਸ਼ਨ ਆਫ ਏ ਸਰਕੂਲਰ ਸੈਕਸ਼ਨ, ਆਫ ਏ ਹੋਲੋ ਸਰਕੂਲਰ ਸੈਕਸ਼ਨ, ਤਾਂ ਉਹਦੇ ਵਿੱਚ ਕੀ ਆਏਗਾ ਸਾਡੇ ਕੋਲ Z, ਇਟ ਇਜ਼ ਇਕੁਅਲ ਟੂ ਪਾਈ ਕੈਪੀਟਲ D⁻⁴ ਮਾਈਨਸ ਸਮਾਲ D⁻⁴ ਡਿਵਾਈਡਡ ਬਾਈ 32 ਕੈਪੀਟਲ D। ਡਿਵਾਈਡ ਦੇ ਵਿੱਚ ਆਏਗਾ ਆਪਣੇ ਕੋਲ 32D ਦੇ ਨਾਲ। ਉਸ ਤੋਂ ਬਾਅਦ ਜੀ ਸਟ੍ਰੈਸ ਡਿਸਟ੍ਰੀਬਿਊਸ਼ਨ ਡਾਇਗਰਾਮ ਫॉर ਅ ਸਿੰਪਲ ਸਪੋਰਟਡ ਲੋਡਡ ਬੀਮ। So in a simple supported beam, there is a compressive stresses ਜਿਹਨੂੰ ਅਸੀਂ FC ਦੇ ਨਾਲ above the neutral axis and stresses, tensile stresses FT below it. But the stresses at the neutral axis ਜਿਹੜੀਆਂ ਹੈਗੀਆਂ ਨੇ is 0. So if we plot a stress distribution diagram, we will get the figure. ਉਹਦੇ ਵਿੱਚ ਕੀ ਹੋਏਗਾ? We know that the maximum stress taken place at the outermost layer which is at the D/2 from the neutral axis. So ਇਸ ਡਾਇਗਰਾਮ ਤੋਂ ਕਲੀਅਰ ਹੈ ਸਾਡੇ ਕੋਲ ਇੱਕ ਰੈਕਟੈਂਗੂਲਰ ਸੈਕਸ਼ਨ ਹੈ ਜਿਸ ਦੇ ਕਿ ਵਿਡਥ B ਹੈ ਔਰ ਡੈਪਥ ਸਾਡੇ ਕੋਲ D ਹੈ। ਇਸ ਦੀ ਇੱਕ ਨਿਊਟਰਲ ਐਕਸਿਸ ਹੈ ਔਰ ਐਟ ਦੀ ਆਊਟਰਮੋਸਟ ਲੇਅਰ D/2 ਦੇ ਉੱਤੇ ਸਾਡੇ ਕੋਲ ਦੋ ਤਰ੍ਹਾਂ ਦੀਆਂ ਸਟ੍ਰੈਸਿਸ ਨੇ, ਟੌਪ ਦੇ ਉੱਪਰ ਕੰਪਰੈਸਿਵ ਔਰ ਬਾਟਮ ਦੇ ਉੱਤੇ ਟੈਂਸਾਈਲ। ਸੋ ਇਸ ਨੂੰ ਰਿਪਰੈਜ਼ੈਂਟ ਕੀਤਾ ਅਸੀਂ FC ਦੇ ਨਾਲ ਔਰ FT ਦੇ ਨਾਲ। FC ਜਿਹੜਾ ਹੋਏਗਾ ਇਹ ਕੰਪਰੈਸਿਵ ਸਟ੍ਰੈਸਿਸ ਨੇ ਔਰ FT ਜੋ ਹੈ ਸਾਡੇ ਕੋਲ ਦੈਟ ਇਜ਼ ਏ ਟੈਂਸਾਈਲ ਸਟ੍ਰੈਸਿਸ। ਸੈਕਸ਼ਨ ਮੋਡੂਲਸ ਫॉर ਵੇਰੀਅਸ ਸ਼ੇਪਸ ਆਫ ਦੀ ਬੀਮ ਸੈਕਸ਼ਨ। ਸਭ ਤੋਂ ਪਹਿਲਾਂ ਸਾਡੇ ਕੋਲ ਅਸੀਂ ਹੁਣ ਦੁਬਾਰਾ ਇਸ ਨੂੰ ਡੀਲ ਕਰਾਂਗੇ ਇੱਕ ਰੈਕਟੈਂਗੂਲਰ ਸੈਕਸ਼ਨ। ਨਾਓ ਦੀ ਮੋਮੈਂਟ ਆਫ ਇਨਰਸ਼ੀਆ ਆਫ ਏ ਰੈਕਟੈਂਗੂਲਰ ਸੈਕਸ਼ਨ ਅਬਾਊਟ ਇਟਸ ਨਿਊਟਰਲ ਐਕਸਿਸ ਥਰੂ ਇਟਸ ਸੈਂਟਰ ਆਫ ਗ੍ਰੈਵਿਟੀ ਜਿਹਦੇ ਨਾਲ ਅਸੀਂ ਰਿਪਰੈਜ਼ੈਂਟ ਕਰਦੇ ਹਾਂ I ਦੇ ਨਾਲ। ਸੋ ਇਹ ਕਿਸ ਦੇ ਬਰਾਬਰ ਹੁੰਦਾ ਜੀ ਸਾਡੇ ਕੋਲ? ਸੋ ਦਿਸ ਇਜ਼ ਇਕੁਅਲ ਟੂ BD³ ਡਿਵਾਈਡਡ ਬਾਈ 12। ਔਰ ਜਿਹੜੀ Y ਦੀ ਵੈਲਿਊ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਡਿਸਟੈਂਸ ਆਫ ਦੀ ਆਊਟਰ ਮੋਸਟ ਲੇਅਰ ਫਰੋਮ ਦੀ ਨਿਊਟਰਲ ਐਕਸਿਸ, ਉਸ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ Y ਦੇ ਨਾਲ। ਸੋ Y ਦੀ ਵੈਲਿਊ ਜਿਹੜੀ ਹੋਏਗੀ ਦੈਟ ਇਜ਼ ਵੁੱਡ ਬੀ ਇਕੁਅਲ ਟੂ D/2। ਸੋ ਜਦੋਂ ਅਸੀਂ Z ਦੀ ਵੈਲਿਊ ਕੱਢਾਂਗੇ ਸੈਕਸ਼ਨ ਮੋਡੂਲਸ ਜਿਹਨੂੰ ਅਸੀਂ ਕਹਿੰਦੇ ਹਾਂ Z ਕਿਸ ਦੇ ਬਰਾਬਰ ਹੋਏਗਾ ਜੀ? I/Y ਦੇ ਨਾਲ। ਸੋ I ਦੀ ਵੈਲਿਊ ਕਿੰਨੀ ਹੋਗੀ ਸਾਡੇ ਕੋਲ? BD³ ਡਿਵਾਈਡਡ ਬਾਈ 12। Y ਦੀ ਵੈਲਿਊ ਸਾਡੇ ਕੋਲ ਹੋਗੀ D/2। ਸੋ ਜਦੋਂ ਅਸੀਂ ਇਸ ਨੂੰ ਡਿਵਾਈਡ ਕਰਾਂਗੇ ਸੋ ਦਿਸ Z ਜਿਹੜਾ ਸੈਕਸ਼ਨ ਮੋਡੂਲਸ ਹੈਗਾ ਸੋ ਦਿਸ ਕਮਸ ਆਊਟ ਟੂ ਬੀ BD² ਡਿਵਾਈਡਡ ਬਾਈ 6। ਸੋ the relation or the equation which connects these quantities is known as theory of bending or bending stresses.
उस तो बाद साडे कोल है जी होलो रेक्टेंगुलर सैक्शन। सो इस दे विच आई जिहड़ा होएगा साडे कोल वो कैपिटल बी डी क्यूब माइनस स्मॉल बी डी क्यूब डिवाइडेड बाय 12 और जो वाई है वो कैपिटल डी बाय 2 है। जो असीं Z कढ़ांगे आई बटा वाई दे नाल, सो दिस विल बिकम इक्वल टू कैपिटल बी डी क्यूब माइनस स्मॉल बी डी क्यूब डिवाइडेड बाय 6D। सर्कुलर सैक्शन है जिसका कि डायमीटर साडे कोल D है, न्यूट्रल एक्सिस ऐसे शो कीतियां गईयां ने। तो ये जिहड़ा आई होएगा जिसकी कि स्टैंडर्ड वैल्यू है दैट इज़ इक्वल टू पाई बाय 64 डी रेज़ टू पावर 4 और वाई की वैल्यू जो है दैट इज़ इक्वल टू डी बाय 2 और Z की वैल्यू जी होएगी वो साडे कोल आई नू वाई दे नाल डिवाइड करांगे। सो दिस विल बिकम इक्वल टू पाई बाय 32 डी दी पावर 3। होलो है जिस दे विच कैपिटल डी आउटर डायमीटर है, स्मॉल डी इंटरनल डायमीटर है और न्यूट्रल एक्सिस ने साडे कोल। तो ये जिहड़ी वैल्यू ऑफ आई है वो पाई बाय 64 कैपिटल डी रेज़ टू पावर 4 माइनस स्मॉल डी रेज़ टू पावर 4। वाई की वैल्यू है डी बाय 2। सो जो असी आई नू वाई दे नाल डिवाइड करांगे तो Z की वैल्यू साडे कोल आएगी। तो Z की वैल्यू होएगी साडे कोल पाई डिवाइडेड बाय 32D मल्टीप्लाइड बाय कैपिटल डी रेज़ टू पावर 4 माइनस स्मॉल डी रेज़ टू पावर 4। प्रैक्टिकल एप्लीकेशन ऑफ बेंडिंग इक्वेशन। तो बेंडिंग इक्वेशन जी कि असीं पहला भी की है कि M वटा I इज इक्वल टू F वटा Y इज इक्वल टू E बाय R is based upon the theory of pure bending which requires that the beam should be subjected to a constant bending moment without shearing force. But in actual practice, the bending moment varies from section to section and also the bending moment is accompanied by shearing force. So, beams of a composite section, beams of a composite section जिन्होंने उसी की कहने हैं भाई flitched beam। flitched beam मतलब composite beam। A beam section made up of the two or more different materials joined together in such a manner that they behave like a single piece is known as beams of the composite section or the flitched beam। जिस तरह के साडे कोल ए वुडन बीम रेनफोर्सड बाय दी स्टील प्लेट्स होएगा उसनों असीं कहांगे कंपोजिट जां फ्लिचड बीम दे नाल। सो इन दी कंपोजिट बीम इहदे विच असीं दो पॉइंट्स डील करांगे। सब तो पहला पॉइंट है दी स्ट्रेन मतलब स्मॉली एट दी कॉमन सरफेसिस विल बी सेम फॉर बोथ दी मटीरियल्स। सो जिहड़ा कंपोजिट सैक्शन साडे कोल होएगा इहदे विच जिहड़ी स्ट्रेन दी वैल्यू होएगी for the common surfaces ਜਿਹੜੀਆਂ ਹੋਣਗੀਆਂ will be the same for both the materials. Second point है the total moments means capital M. The total moment of resistance will be equal to sum of the moments of the individual section. इंडिविजुअल सैक्शन मतलब कि जिहड़ा कंपोजिट सैक्शन है फ्लिचड सैक्शन है ये दो मटीरियल्स का बनया हुआ है। जिहड़ा अपने कोल मोमेंट ऑफ रेसिस्टेंस पहले मटीरियल ने ऑफर किया प्लस मोमेंट ऑफ रेसिस्टेंस जिहड़ा सैकेंड मटीरियल ने सानू ऑफर किया दोनों नू असीं प्लस करांगे वो टोटल वैल्यू साडे कोल होएगी मोमेंट ऑफ रेसिस्टेंस फॉर दी कंपोजिट सैक्शन दी। उस तो बाद कुछ न्यूमेरिकल डील करन लगे हां असीं। सब तो पहला प्रॉब्लम साडे कोल है ए कैंटिलीवर of 3 meter span carries a point load 25 kilonewton at the free end in addition to its self weight of 8000 Newton per meter. If the permissible bending stress is 120 Newton per millimeter square, find section modulus required for the beam section. So साडे कोल की है जी साडे कोल एक कैंटिलीवर बीम है जिहड़ा कि ए पॉइंट तो शुरू होएगा बी पॉइंट ते खत्म होएगा। इस दी लेंथ जिहड़ी हैगी है वो 3 मीटर साने शो की है। इस दे उपर एक पॉइंट लोड एक्ट करता है 25 किलो न्यूटन का असीं शो किया है। फ्री एंड दे उत्ते बी पॉइंट दे उत्ते एक 25 किलो न्यूटन दे उत्ते अपने पास एक पॉइंट लोड एक्ट कर रहा है बी पॉइंट दे। इस किलो न्यूटन नूं असीं बना लिया न्यूटन दे विच क्योंकि एक किलो जिहड़ा होएगा वो 1000 के बराबर होएगा 25000 न्यूटन के बराबर।
ਉਸ ਦੇ ਬਾਅਦ ਕਹਿੰਦਾ ਸੈਲਫ ਵੇਟ ਜਿਹੜਾ ਹੈਗਾ ਉਹ 8000 ਨਿਊਟਨ ਪਰ ਮੀਟਰ ਹੈ। ਸੋ ਇਸ ਦਾ ਜਿਹੜਾ ਸਾਡੇ ਕੋਲ ਇੱਕ ਯੂਨੀਫਾਰਮ ਡਿਸਟਰੀਬਿਊਟਡ ਲੋਡ ਕਹਿ ਲਓ ਜਾਂ ਇਸ ਦਾ ਸੈਲਫ ਵੇਟ ਜਿਹੜਾ ਕਹਿ ਲਓ ਇਸ ਬੀਮ ਦਾ ਉਹ ਹੈ 8000 ਨਿਊਟਨ ਪਰ ਮੀਟਰ। ਸੋ ਇਹ ਸਾਡੇ ਕੋਲ ਡਾਇਆਗਰਾਮ ਹੈ। ਇਸ ਦੇ ਸੈਕਸ਼ਨ ਦਾ ਅਸੀਂ ਇੱਕ ਵੈਲਿਊ ਕੱਢਣੀ ਹੈ ਜਿਸ ਨੂੰ ਅਸੀਂ ਸੈਕਸ਼ਨ ਮੋਡੂਲਸ ਕਹਾਂਗੇ। ਸੋ ਸਭ ਤੋਂ ਪਹਿਲਾਂ ਕੀ ਹੈ ਜੀ ਇਸ ਦੇ ਸੋਲਿਊਸ਼ਨ ਦੇ ਵਿੱਚ, ਤਾਂ ਬੈਂਡਿੰਗ ਮੂਵਮੈਂਟ ਫॉर ਮੈਕਸਿਮਮ ਐਟ ਦੀ ਫਿਕਸਡ ਐਂਡ। ਸੋ ਇਸ ਦੇ ਵਿੱਚ ਇੱਕ ਫ੍ਰੀ ਐਂਡ ਹੈ, ਇੱਕ ਸਾਡੇ ਕੋਲ ਇਹ ਫਿਕਸਡ ਐਂਡ ਹੈ। ਇਸ ਐਂਡ ਦੇ ਉੱਤੇ ਅਸੀਂ ਇਸ ਦਾ ਬੈਂਡਿੰਗ ਮੂਵਮੈਂਟ ਕੱਢਾਂਗੇ। ਸੋ ਕਿਸ ਤਰ੍ਹਾਂ ਨਿਕਲੇਗਾ ਜੀ, ਦੇਖੋ ਸਭ ਤੋਂ ਪਹਿਲਾਂ ਸਾਡੇ ਕੋਲ ਇਹ ਪੁਆਇੰਟ ਲੋਡ ਹੈ, ਇਸ ਦਾ ਇਫੈਕਟ L ਟੋਟਲ ਲੈਂਥ ਦੇ ਨਾਲ ਕੱਢਾਂਗੇ। ਦੂਸਰੇ ਵਾਰੀ ਅਸੀਂ ਜਿਹੜਾ ਇਹ ਇਸ ਦਾ ਆਪਣਾ ਸੈਲਫ ਵੇਟ ਹੋਏਗਾ ਜਾਂ ਇਸ ਦਾ ਯੂਨੀਫਾਰਮ ਡਿਸਟਰੀਬਿਊਟਡ ਲੋਡ ਹੋਏਗਾ ਜਿਸ ਦੀ ਵੈਲਿਊ ਸਾਡੇ ਕੋਲ 8000 ਨਿਊਟਨ ਪਰ ਮੀਟਰ ਦਿੱਤੀ ਹੋਈ ਹੈ। ਇਹ ਕਿੱਥੇ ਐਕਟ ਕਰੇਗਾ, ਸੈਂਟਰ ਦੇ ਵਿੱਚ। ਉਸ ਤੋਂ ਬਾਅਦ ਕਿਸ ਡਿਸਟੈਂਸ ਜਿਹੜਾ ਹੋਏਗਾ ਉਹ L/2, ਦੋਨਾਂ ਨੂੰ ਅਸੀਂ ਮਲਟੀਪਲਾਈ ਕਰਾਂਗੇ ਟੂ ਫਾਈਂਡ ਦੀ ਵੈਲਿਊ ਆਫ ਬੈਂਡਿੰਗ ਮੂਵਮੈਂਟ। ਸੋ ਕਿਸ ਤਰ੍ਹਾਂ ਨਿਕਲੇਗਾ ਜੀ, ਸੋ ਦਿਸ ਬੈਂਡਿੰਗ ਮੂਵਮੈਂਟ ਵਿਚ ਇਜ਼ ਇਕੁਅਲ ਟੂ W into L ਜਿਹੜਾ ਸਾਡੇ ਕੋਲ ਪੁਆਇੰਟ ਲੋਡ ਕਰਕੇ ਹੈ, ਪਲੱਸ ਸਾਡੇ ਕੋਲ ਇਸ ਦਾ ਸੈਲਫ ਵੇਟ ਜੋ ਹੈ ਉਹ 8000 ਕਿਸ ਦੇ ਉੱਪਰ 3 ਮੀਟਰ ਦਾ, ਕਿੱਥੇ ਆਪਣੇ ਕੋਲ ਹੈਗਾ ਜੀ ਐਕਟ ਕਰ ਰਿਹਾ ਹੈ ਲੈਂਥ ਦਾ ਹਾਫ 3/2, ਦੋਨਾਂ ਨੂੰ ਅਸੀਂ ਮਲਟੀਪਲਾਈ ਕਰਤਾ ਤਾਂ ਇਸ ਦੇ ਨਾਲ ਕੀ ਹੋਇਆ ਮੈਕਸਿਮਮ ਬੈਂਡਿੰਗ ਮੂਵਮੈਂਟ ਦੀ ਸਾਡੇ ਕੋਲ ਵੈਲਿਊ ਨਿਕਲ ਗਈ ਸੋ ਮੈਨੀ ਨਿਊਟਨ ਮੀਟਰ ਦੇ ਵਿੱਚ। ਸੋ ਦਿਸ ਇਜ਼ ਦੀ ਵੈਲਿਊ, ਸੋ ਦਿਸ ਇਜ਼ ਦੀ ਵੈਲਿਊ ਕਿਉਂਕਿ ਦਿਸ ਇਜ਼ ਮੀਟਰ, ਦਿਸ ਇਜ਼ ਮੀਟਰ, ਸੋ ਦਿਸ ਇਜ਼ ਨਿਊਟਨ ਮੀਟਰ। ਸੋ ਨਿਊਟਨ ਮੀਟਰ ਨੂੰ ਨਿਊਟਨ ਮਿਲੀਮੀਟਰ ਕਨਵਰਟ ਕਰਨ ਵਾਸਤੇ ਸਾਨੂੰ ਇਹਦੇ ਨਾਲ ਮਲਟੀਪਲਾਈ ਕਰਨਾ ਪਏਗਾ 1000 ਦੇ ਨਾਲ। ਜਦੋਂ ਅਸੀਂ 1000 ਦੇ ਨਾਲ ਮਲਟੀਪਲਾਈ 3 ਬਿੰਦੀਆਂ ਇੱਕ ਆ 3 ਬਿੰਦੀਆਂ ਦੇ ਨਾਲ ਮਲਟੀਪਲਾਈ ਕਰਾਂਗੇ, 3 ਜ਼ੀਰੋਜ਼ ਇਹਦੇ ਨਾਲ ਅਸੀਂ ਹੋਰ ਲਗਾਵਾਂਗੇ। ਸੋ 3 ਬਿੰਦੀਆਂ ਸਾਡੇ ਕੋਲ 3 ਜ਼ੀਰੋਜ਼ ਸਾਡੇ ਕੋਲ ਇਹ ਨੇ, 3 ਜ਼ੀਰੋ ਸਾਡੇ ਕੋਲ ਮੀਟਰ ਕਰਕੇ ਆਉਣਗੀਆਂ ਤਾਂ 10⁻⁶ ਦੇ ਨਾਲ ਅਸੀਂ ਇਸ ਨੂੰ ਮਲਟੀਪਲਾਈ ਕਰ ਸਕਦੇ ਹਾਂ ਜਦੋਂ ਅਸੀਂ ਨਿਊਟਨ ਮਿਲੀਮੀਟਰ ਦੇ ਵਿੱਚ ਯੂਨਿਟਸ ਕਨਵਰਟ ਕਰਾਂਗੇ। ਐਂਡ ਦੀ ਫਸਟ ਵੈਲਿਊ 111 ਸੇਮ ਹੈ ਆਪਣੇ ਪਾਸ। ਅਸੀਂ ਪਹਿਲੇ ਸਟੱਡੀ ਕੀਤਾ ਸੀਗਾ ਕਿ m/I ਇਜ਼ ਇਕੁਅਲ ਟੂ F/Y, ਤਾਂ ਕੀ ਮਤਲਬ ਨਿਕਲਿਆ ਕਿ m ਇਜ਼ ਇਕੁਅਲ ਟੂ FB into Z, m ਇਜ਼ ਇਕੁਅਲ ਟੂ FB into Z। ਜਿਹੜਾ m ਹੈ ਮੋਮੈਂਟ ਆਫ ਰੈਸਿਸਟੈਂਸ, ਸੋ ਜਿਹੜਾ ਇਹ ਮੋਮੈਂਟ ਆਫ ਰੈਸਿਸਟੈਂਸ ਹੁੰਦਾ ਹੈ ਦੈਟ ਇਜ਼ ਇਕੁਅਲ ਟੂ ਦੀ ਬੈਂਡਿੰਗ ਮੋਮੈਂਟ। ਇਸ ਮੋਮੈਂਟ ਆਫ ਰੈਸਿਸਟੈਂਸ ਨੂੰ ਬੈਂਡਿੰਗ ਮੋਮੈਂਟ ਦੇ ਬਰਾਬਰ ਇਕੁਏਟ ਕਰਦੇ ਹਾਂ ਅਸੀਂ, ਜਿਹੜਾ ਅਸੀਂ ਕੈਲਕੂਲੇਟ ਕੀਤਾ ਹੈ। ਸੋ ਦਿਸ ਮਚ ਵੈਲਿਊ, ਸੋ ਦਿਸ ਮਚ ਵੈਲਿਊ is equated equal to moment of resistance or bending moment. So this is equal to FB into Z. FB ਜੋ ਹੈ ਸਾਡੇ ਕੋਲ ਇਹ ਦੇਖੋ ਜੀ ਸਾਡੇ ਕੋਲ ਬੈਂਡਿੰਗ ਸਟ੍ਰੈਸ ਤੋਂ ਪਹਿਲੇ ਦਿੱਤਾ 120 ਨਿਊਟਨ 120 ਨਿਊਟਨ ਪਰ ਮਿਲੀਮੀਟਰ ਸਕੁਅਰ। ਸੋ FB ਦੀ ਵੈਲਿਊ ਅਸੀਂ ਪੁੱਟ ਕਰ ਦਿੱਤੀ 120 ਮਲਟੀਪਲਾਈਡ ਬਾਈ Z। ਸੋ ਇਸ ਇਕੁਏਸ਼ਨ ਦੇ ਵਿੱਚ ਇੱਕ ਇਕੁਏਸ਼ਨ ਹੈ, ਇੱਕ ਵੇਰੀਏਬਲ ਹੈ ਸਾਡੇ ਕੋਲ, ਦੀ ਵੈਲਿਊ ਆਫ Z ਕੈਨ ਬੀ ਕੈਲਕੂਲੇਟਡ। ਸੋ ਵੈਨ ਵੀ ਆਰ ਗੈਟਿੰਗ ਟੂ ਸੋਲਵ ਦਿਸ Z, ਸੋ ਦਿਸ ਕਮਸ ਆਊਟ ਟੂ ਵਿਦ ਦਿਸ ਮਚ ਵੈਲਿਊ ਐਂਡ ਦੇ ਯੂਨਿਟ ਸਾਡੇ ਕੋਲ ਆਉਣਗੇ mm³ ਦੇ ਨਾਲ। ਸੋ ਦਿਸ ਇਜ਼ ਦੀ ਵੈਲਿਊ ਵਿਚ ਵੀ ਹੈਵ ਟੂ ਕੈਲਕੂਲੇਟਡ, ਜਿਹੜੀ ਕਿ ਅਸੀਂ ਕੈਲਕੂਲੇਟ ਕਰਨੀ ਸੀ ਸੈਕਸ਼ਨ ਮੋਡੂਲਸ ਦੇ ਨਾਲ। ਉਸ ਤੋਂ ਬਾਅਦ ਅਸੀਂ ਦੂਸਰੀ ਇਕੁਏਸ਼ਨ ਦੂਸਰੇ ਪ੍ਰੋਬਲਮ ਡੀਲ ਕਰਨ ਲੱਗੇ ਹਾਂ। ਪ੍ਰੋਬਲਮ ਕੀ ਹੈ ਜੀ, ਦੇਖੋ ਜੀ, a steel plate of width 48 mm and thickness 10 mm is bent into a circular arc of radius 10 meter. Determine the maximum stresses induced and the bending moment which will produce the maximum stress, taking the value of E is equal to 2 into 10⁵ Newton ਪਰ mm ਸਕੁਅਰ। ਇਹ ਸਾਡੇ ਕੋਲ ਕੁਝ ਦਿੱਤਾ ਹੋਈਆਂ ਨੇ ਵੈਲਿਊਜ਼, ਇਸ ਨੂੰ ਅਸੀਂ ਦੁਬਾਰਾ ਲਿਖਣ ਲੱਗੇ ਹਾਂ ਸੋਲਿਊਸ਼ਨ ਦੇ ਵਿੱਚ। ਸਭ ਤੋਂ ਪਹਿਲਾਂ ਵਿਡਥ ਆਫ ਦੀ ਪਲੇਟ ਸਮਾਲ b 48 mm ਦਿੱਤਾ ਹੋਇਆ, ਥਿਕਨੈਸ ਆਫ ਦੀ ਪਲੇਟ t ਵਿਚ ਇਜ਼ ਇਕੁਅਲ ਟੂ 10 mm ਦਿੱਤਾ ਹੋਇਆ ਸਾਡੇ ਕੋਲ, ਰੇਡੀਅਸ ਆਫ ਦੀ ਕਰਵੇਚਰ r 10 ਮੀਟਰ ਦਿੱਤਾ ਹੋਇਆ ਸਾਡੇ ਕੋਲ। ਇਸ ਨੂੰ ਅਸੀਂ mm ਦੇ ਵਿੱਚ ਕਨਵਰਟ ਕਰਨ ਲੱਗੇ ਹਾਂ ਕਿਉਂਕਿ 1 ਮੀਟਰ ਬਰਾਬਰ ਹੈ 100 ਸੈਂਟੀਮੀਟਰ ਐਂਡ 1 ਸੈਂਟੀਮੀਟਰ ਇਜ਼ ਇਕੁਅਲ ਟੂ 10 mm. So it means that when we multiply with 10⁻³ to convert meter into mm, the value of E, Young's modulus of velocity of the material जो साढ़े को देता हुआ है 2 into 10⁵ Newton per mm square.
So, this is a rectangular section of width b, thickness g. The moment of inertia I jada hoega, so that is equal to BDQ divided by 12. BDQ divided by 12. So, when we substitute all the values and we calculate, this comes out to be 4000 mm raised to power 4. So, using the relation m vata I is equal to f vata y is equal to E by